ਸਾਹਿਬ ਜੀਓ। ਮਨ ਝੂਠੈ ਤਨ ਝੂਠ ਹੈ, ਜਿਹਵਾ ਝੂਠੀ ਹੋਏ। ਮੁਖ ਝੂਠੈ ਝੂਠ ਬੋਲਣਾ, ਕਿਉਂ ਕਰ ਸੂਚਾ ਹੋਏ। ਬਿਨ ਅਬ ਸ਼ਬਦ ਨਾ ਮਾਂਜੀਐ, ਸਾਚੇ ਤੇ ਸੱਚ ਹੋਏ। ਮੁੰਦੇ ਗੁਣਹੀਣੀ ਸੁਖ ਕੇ, ਪਿਰ ਰਲੀਆਂ ਰਸ ਮਾਨਸੀ। ਸਾਚ ਸ਼ਬਦ ਸੁਖ ਨੇ, ਪਿਰ ਰਲੀਆਂ ਰਸ ਮਾਨਸੀ। ਸਾਚ ਸ਼ਬਦ ਸੁਖ ਨੇ, ਜੋ ਸੁਖ ਕਉ ਚਾਹੈ ਸਦਾ। ਸ਼ਰਨ ਰਾਮ ਕੀ ਲੇ, ਕਹੋ ਨਾਨਕ ਸੁਨ ਰੇ ਮਨਾ। ਦੁਰਲਭ ਮਾਨੁਖ ਦੇ, ਕਹੋ ਨਾਨਕ ਸੁਨ ਰੇ ਮਨਾ। ਦੁਰਲਭ ਮਾਨੁਖ ਦੇ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਮਿਹਰਾਮਤ ਸਦਕਾ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਆਓ ਸਾਧ ਸੰਗਤ, ਜਿੱਥੇ ਪਾਵਨ ਹਜ਼ੂਰੀ ਦਾ ਆਨੰਦ ਮਾਣਦਿਆਂ ਹੋਇਆਂ ਕੀਰਤਨ ਵਿੱਚ ਹਾਜ਼ਰੀ ਲਵਾਈ ਹੈ, ਉੱਥੇ ਕੁਝ ਕੁ ਸਮਾਂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਸ਼ਲੋਕ ਜੋ ਸੁਖ ਕਉ ਚਾਹੈ ਸਦਾ। ਸ਼ਰਨ ਰਾਮ ਕੀ ਲੇ, ਕਹੋ ਨਾਨਕ ਸੁਨ ਰੇ ਮਨਾ। ਦੁਰਲਭ ਮਾਨੁਖ ਦੇ। ਇਹ ਸਤਿਗੁਰਾਂ ਦਾ 27ਵਾਂ 27th ਸ਼ਲੋਕ ਹੈ। ਇਸ ਪਾਵਨ ਸ਼ਲੋਕ ਦੀ ਵਿਚਾਰ ਵਿੱਚ ਜੁੜਨ ਦਾ ਵੀ ਯਤਨ ਕਰੀਏ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਓ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਜੇ ਸੁੱਖ ਚਾਹੀਦਾ ਹੈ ਤੇ ਰਾਮ ਦੀ ਸ਼ਰਨ ਵਿੱਚ ਚਲਾ ਜਾ। ਇਹ ਮਨੁੱਖਾ ਜੀਵਨ ਬੜੀ ਮੁਸ਼ਕਲ ਨਾਲ ਮਿਲਿਆ, ਇਹ ਪ੍ਰਾਈਸਲੈਸ ਹੈ, ਵਾਰ-ਵਾਰ ਨਹੀਂ ਮਿਲਦਾ। ਸੁੱਖ ਚਾਹੁੰਦਾ ਹੈ ਤੇ ਰੱਬ ਦੀ ਸ਼ਰਨ 'ਚ ਜਾ। ਸੰਖੇਪ ਭਾਵ ਇਸ ਪਾਵਨ ਸ਼ਲੋਕ ਦਾ। ਸਾਧ ਸੰਗਤ ਖਿਆਲ ਕਰਿਓ, ਜਿਤਨੇ ਕੁ ਜੀ ਅਸੀਂ ਗੁਰੂ ਹਜ਼ੂਰੀ ਵਿੱਚ ਸੱਜ ਬੈਠੇ ਹਾਂ, ਜਿਤਨੇ ਵੀ ਸਵੇਰ ਤੋਂ ਲੈ ਕੇ ਹੁਣ ਤੱਕ ਜਾਂ ਸ਼ਾਮਾਂ ਤੱਕ ਹਾਜ਼ਰੀਆਂ ਭਰ ਰਹੇ ਨੇ, ਜਾਂ ਜਿਹੜੇ ਹਾਜ਼ਰੀਆਂ ਭਰਨਗੇ ਗੁਰੂ ਹਜ਼ੂਰੀ ਦੇ ਵਿੱਚ ਆਉਣਗੇ, ਇਹਨਾਂ ਸਾਰਿਆਂ ਦੇ ਵਿੱਚੋਂ ਬਹੁਤਿਆਂ ਦੀ ਇੱਕ ਹੀ ਮੰਗ ਗੁਰੂ ਦਰ 'ਤੇ ਹੋਏਗੀ। ਉਹ ਮੰਗ ਹੋਏਗੀ ਸੁੱਖ ਵਾਸਤੇ। ਇਹ ਵੱਖਰੀ ਗੱਲ ਹੈ ਕਿ ਵਰਡਿੰਗ ਹਰ ਇੱਕ ਦੀ ਅਲੱਗ ਅਲੱਗ ਹੋ ਸਕਦੀ ਹੈ।
ਮੰਗਣ ਦਾ ਤਰੀਕਾ ਹਰ ਇੱਕ ਦਾ ਅਲੱਗ-ਅਲੱਗ ਹੋ ਸਕਦਾ ਹੈ, ਪਰ ਜਿਹੜੀ ਕਾਮਨ ਗੱਲ ਹੈ ਉਹ ਇਹੀ ਹੈ ਕਿ ਹਰ ਇੱਕ ਇਨਸਾਨ ਦਰ 'ਤੇ ਆ ਕੇ ਸੁੱਖ ਮੰਗਦਾ ਪਿਆ, ਚਾਹੇ ਉਹ ਗੁਰੂ ਘਰ ਆ ਰਿਹਾ ਹੋਵੇ, ਚਾਹੇ ਕਿਸੇ ਮੰਦਿਰ ਦੇ ਵਿੱਚ ਜਾ ਰਿਹਾ ਹੈ, ਚਾਹੇ ਕਿਸੇ ਮਸਜਿਦ ਦੇ ਵਿੱਚ ਜਾਂ ਕਿਸੇ ਚਰਚ ਦੇ ਵਿੱਚ ਜਾਂਦਾ ਪਿਆ ਹੈ। ਜਦੋਂ ਵੀ ਇਨਸਾਨ ਆਪਣੇ ਦੋਨੋਂ ਹੱਥ ਜੋੜ ਕੇ ਜਾਂ ਦੋਨੋਂ ਹੱਥ ਫੈਲਾ ਕੇ ਆਪਣੇ ਮੁਰਸ਼ਿਦ, ਆਪਣੇ ਗੁਰੂ, ਆਪਣੇ ਇਸ਼ਟ ਦੇ ਕੋਲੋਂ ਕੁਝ ਮੰਗਦਾ ਹੈ ਤਾਂ ਸਭ ਤੋਂ ਪਹਿਲੀ ਮੰਗ ਹੀ ਉਹਦੀ ਸੁੱਖ ਹੁੰਦੀ ਹੈ, ਬਹੁਤਿਆਂ ਦੀ। ਪਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਮੰਗ ਦਾ ਸੁੱਖ ਹੈ, ਪਰ ਸੁੱਖ ਜੀਵਨ ਦੇ ਵਿੱਚ ਫਿਰ ਵੀ ਆ ਨਹੀਂ ਰਿਹਾ। ਮੰਗ ਸੁੱਖ ਰਿਹਾ ਏ, ਪਰ ਸੁੱਖ ਫਿਰ ਵੀ ਨਹੀਂ ਮਿਲ ਰਿਹਾ। ਹਰ ਹਫ਼ਤੇ ਆਉਂਦਾ ਏ, ਰੋਜ਼ਾਨਾ ਆਉਂਦਾ ਏ, ਇਹੀ ਮੰਗ ਲੈ ਕੇ ਗੁਰੂ ਦੇ ਦਰ 'ਤੇ, ਮੇਰੇ ਮਾਲਕ ਕਿਰਪਾ ਕਰ, ਜੀਵਨ ਦੇ ਵਿੱਚ ਸੁੱਖ ਆ ਜਾਣ, ਕਿਰਪਾ ਕਰ, ਜ਼ਿੰਦਗੀ ਖੁਸ਼ਹਾਲ ਹੋ ਜਾਏ, ਰਹਿਮਤ ਕਰ, ਇਹ ਜੀਵਨ ਦੇ ਵਿੱਚ ਪ੍ਰੋਬਲਮ ਚੱਲਦੀ ਪਈ ਹੈ, ਇਹ ਪ੍ਰੋਬਲਮ ਨਿਕਲ ਜਾਵੇ, ਚਲੀ ਜਾਵੇ, ਕਿਤੇ ਜੀਵਨ ਦੇ ਵਿੱਚ ਸਮਾਂ ਸੁੱਖ ਭਰਿਆ, ਖੁਸ਼ੀਆਂ ਭਰਿਆ ਆ ਜਾਏ। ਪਰ ਕੀ ਗੱਲ ਕਿ ਸੁੱਖ ਜੀਵਨ 'ਚ ਆ ਨਹੀਂ ਰਹੇ। ਸਿਰਫ ਇਹ ਇੱਕ ਜਿਹੜੀ ਗੱਲ ਹੈ ਨਾ ਕਿ ਸੁੱਖ ਆ ਕਿਉਂ ਨਹੀਂ ਰਹੇ, ਇਸ ਨੂੰ ਹੀ ਆਪਾਂ ਬੇਸ ਬਣਾਉਣਾ ਹੈ। ਰੀਜ਼ਨ ਕੀ ਹੈ? ਜੇਕਰ ਜੀਵਨ ਦੇ ਵਿੱਚ ਖੁਸ਼ੀਆਂ, ਜੀਵਨ ਦੇ ਵਿੱਚ ਸੁੱਖ ਨਹੀਂ ਆ ਰਹੇ ਤਾਂ ਸਾਨੂੰ ਪੜਤਾਲਣਾ ਪਏਗਾ, ਖੋਜਣਾ ਪਏਗਾ, ਵਿਚਾਰਨਾ ਪਏਗਾ ਕਿ ਇਹਦਾ ਰੀਜ਼ਨ ਕੀ ਹੈ। ਕੋਈ ਵੀ ਪ੍ਰੋਬਲਮ ਜੀਵਨ ਦੇ ਵਿੱਚ ਆਉਂਦੀ ਹੈ, ਸਪੋਜ਼ ਕਰ ਲਓ ਤੁਸੀਂ ਕਾਰ ਡਰਾਈਵ ਕਰਦੇ ਪਏ ਹੋ, ਕਾਰ ਦੇ ਵਿੱਚ ਚੱਲਦਿਆਂ ਚੱਲਦਿਆਂ ਕੁਝ ਪ੍ਰੋਬਲਮ ਆ ਗਈ, ਬੰਦ ਹੋ ਗਈ। ਹੁਣ ਜਦੋਂ ਬੰਦ ਹੋਈ ਹੈ ਤਾਂ ਤੁਸੀਂ ਬੰਦ ਹੋਣ ਤੋਂ ਬਾਅਦ ਕਾਰ ਤੋਂ ਬਾਹਰ ਨਿਕਲ ਕੇ ਵਿਚਾਰੋਗੇ, ਕੋਸ਼ਿਸ਼ ਕਰੋਗੇ ਕਿ ਪਤਾ ਲੱਗੇ ਇਹ ਕਾਰ ਬੰਦ ਹੋਈ ਕਿਉਂ। ਕਿਉਂਕਿ ਜੇਕਰ ਤੁਹਾਨੂੰ ਰੀਜ਼ਨ ਦਾ ਪਤਾ ਲੱਗੇਗਾ ਤਾਂ ਹੀ ਤਾਂ ਤੁਸੀਂ ਉਹਦੀ ਰਿਪੇਅਰ ਕਰਵਾ ਸਕਦੇ ਹੋ ਨਾ, ਉਸ ਨੂੰ ਠੀਕ ਕਰ ਸਕਦੇ ਹੋ ਤਾਂ ਕਿ ਉਹ ਚੱਲਣਯੋਗ ਹੋ ਸਕੇ। ਜੇਕਰ ਤੁਹਾਨੂੰ ਰੀਜ਼ਨ ਦਾ ਪਤਾ ਨਹੀਂ ਲੱਗ ਰਿਹਾ ਜਾਂ ਰੀਜ਼ਨ ਲੱਭਣ ਦੀ ਤੁਸੀਂ ਕੋਸ਼ਿਸ਼ ਨਹੀਂ ਕਰ ਪਾ ਰਹੇ ਤੇ ਉਹ ਤੁਹਾਡੀ ਕਾਰ ਕਦੇ ਦੁਬਾਰਾ ਸਟਾਰਟ ਨਹੀਂ ਹੋ ਸਕਦੀ। ਤੁਹਾਨੂੰ ਰੀਜ਼ਨ ਨਹੀਂ, ਤੁਸੀਂ ਕੋਸ਼ਿਸ਼ ਨਹੀਂ ਕਰ ਰਹੇ ਰੀਜ਼ਨ ਦਾ ਪਤਾ ਲੱਗੇ, ਉਹ ਠੀਕ ਕਿਵੇਂ ਹੋਏਗੀ। ਸੁੱਖ ਮੰਗ ਰਹੇ ਹਾਂ, ਸੁੱਖ ਕਉ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਕੋਈ ਦੁਨੀਆ ਦਾ ਐਸਾ ਇਨਸਾਨ ਹੈ ਜਿਸ ਨੇ ਕਿਸੇ ਧਾਰਮਿਕ ਮੰਦਿਰ ਦੇ ਵਿੱਚ, ਧਾਰਮਿਕ ਸਥਾਨ 'ਤੇ ਜਾ ਕੇ ਆਪਣੇ ਗੁਰੂ, ਆਪਣੇ ਰੱਬ ਦੇ ਕੋਲੋਂ ਦੁੱਖਾਂ ਦੀ ਮੰਗ ਕੀਤੀ ਹੋਵੇ? ਨਹੀਂ, ਕੋਈ ਨਹੀਂ ਮਿਲੇਗਾ। ਪਰ ਫਿਰ ਇਹ ਵਿਚਾਰੀਏ ਕਿ ਸੁੱਖ ਆ ਕਿਉਂ ਨਹੀਂ ਰਹੇ। ਦੁੱਖ ਮੈਂ ਮੰਗ ਨਹੀਂ ਰਿਹਾ ਪਰ ਆ ਰਹੇ ਨੇ ਜੀਵਨ ਦੇ ਵਿੱਚ। ਮੈਂ ਫੀਲ ਕਰਦਾ ਪਿਆ ਕਿ ਇਹ ਪ੍ਰੋਬਲਮ ਮੇਰੇ ਜੀਵਨ ਦੇ ਵਿੱਚ ਚੱਲ ਰਹੀ ਹੈ, ਇਹ ਦੁੱਖ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਾ ਹੋਇਆ ਹੈ, ਮੰਗਿਆ ਨਹੀਂ ਪਰ ਆ ਗਿਆ। ਸੁੱਖ ਮੰਗ ਰਿਹਾ, ਉਹ ਆ ਨਹੀਂ ਰਿਹਾ। ਰੀਜ਼ਨ ਕੀ ਹੈ? ਸਾਧ ਸੰਗਤ ਖਿਆਲ ਕਰਿਓ, ਸਤਿਗੁਰੂ ਜੀ ਦਾ ਬਚਨ ਹੈ ਆਸਾ ਕੀ ਵਾਰ ਦੇ ਵਿੱਚ, ਕਹਿੰਦੇ ਇਹ ਸੁੱਖ ਤੇ ਦੁੱਖ ਜਿਹੜੇ ਨੇ ਨਾ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਉਸ ਰੱਬ ਦੁਆਰਾ ਦਿੱਤੇ ਹੋਏ ਦੋ ਕੱਪੜੇ ਨੇ, ਹਰ ਇੱਕ ਇਨਸਾਨ ਨੂੰ ਪਹਿਨਣੇ ਪੈਣਗੇ। ਕਦੇ ਜੀਵਨ 'ਚ ਸੁੱਖ ਆਏਗਾ, ਕਦੇ ਦੁੱਖ ਆਏਗਾ, ਜ਼ਿੰਦਗੀ ਇਸੇ ਤਰ੍ਹਾਂ ਹੀ ਚੱਲੇਗੀ। ਪਰ ਜੇਕਰ ਮੈਂ ਚਾਹੁੰਦਾ ਮੇਰੀ ਜ਼ਿੰਦਗੀ ਦੇ ਵਿੱਚ ਸਦਾ ਹੀ ਸੁੱਖ ਰਵੇ, ਉਹਦਾ ਵੀ ਇੱਕ ਮੈਥਡ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਸਾਨੂੰ ਸਮਝਾਇਆ। ਤੇ ਉੱਥੋਂ ਤੱਕ ਪਹੁੰਚਣ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਸੁੱਖ ਆ ਕਿਉਂ ਨਹੀਂ ਰਹੇ। ਉਹਦਾ ਰੀਜ਼ਨ ਪਤਾ ਕੀ ਹੈ ਸਾਧ ਸੰਗਤ? ਅਸੀਂ ਸੁੱਖਾਂ ਨੂੰ ਬਾਹਰੋਂ ਭਾਲਦੇ ਪਏ ਹਾਂ। ਅਸੀਂ, ਫਿਰ ਸੁਣਿਓ, ਸੁੱਖਾਂ ਨੂੰ ਬਾਹਰੋਂ ਲੱਭਦੇ ਪਏ ਹਾਂ। ਮੈਂ ਸੋਚਦਾ ਕਿ ਸ਼ਾਇਦ ਮੈਨੂੰ ਬਾਹਰੋਂ ਸੁੱਖ ਮਿਲਣਗੇ, ਪਰ ਯਾਦ ਰਹੇ ਜ਼ਿੰਦਗੀ ਦੇ ਵਿੱਚ ਸੁੱਖ ਦਾ ਸੰਬੰਧ ਬਾਹਰ ਦੇ ਨਾਲ ਨਹੀਂ ਜੇ ਹੈਗਾ, ਅੰਦਰ ਦੇ ਨਾਲ ਹੈ। ਮੈਂ ਰਿਪੀਟ ਕਰਾਂ, ਸੁੱਖ ਦਾ ਸੰਬੰਧ ਬਾਹਰ ਦੇ ਨਾਲ ਬਿਲਕੁਲ ਨਹੀਂ ਜੇ ਹੈਗਾ, ਇਹਦਾ ਸੰਬੰਧ ਅੰਦਰ ਦੇ ਨਾਲ ਹੈ। ਜਦੋਂ ਅਸੀਂ ਆਪਣੇ ਅੰਦਰ ਨੂੰ ਖੋਜਣਾ ਸ਼ੁਰੂ ਕਰਾਂਗੇ ਨਾ, ਫਿਰ ਤੁਸੀਂ ਫੀਲ ਕਰੋਗੇ ਕਿ ਜੀਵਨ ਦੇ ਵਿੱਚ ਸੁੱਖ ਆਉਣੇ ਸਟਾਰਟ ਹੋ ਗਏ। ਪ੍ਰੋਬਲਮ ਇੱਥੇ ਖੜੀ ਹੈ ਕਿ ਅਸੀਂ ਬਾਹਰ ਭਟਕਦੇ ਪਏ ਹਾਂ, ਬਾਹਰ ਲੱਭਦੇ ਪਏ ਹਾਂ। ਜਦੋਂ ਤੱਕ ਸਾਡੀ ਬਾਹਰ ਦੀ ਭਟਕਣਾ ਹੈ, ਉਦੋਂ ਤੱਕ ਜੀਵਨ ਖੁਸ਼ਹਾਲ ਨਹੀਂ ਜੀ ਹੋ ਸਕਣਾ, ਉਦੋਂ ਤੱਕ ਜੀਵਨ ਦੇ ਵਿੱਚ ਸੁੱਖ ਨਹੀਂ ਜੀ ਆ ਸਕਣੇ। ਪਰ ਹਾਂ,
ਜਿਸ ਨੇ ਵੀ ਬਾਹਰ ਦੀ ਭਟਕਣਾ ਛੱਡ ਕੇ ਆਪਣੇ ਅੰਦਰ ਨੂੰ ਖੋਜਣਾ ਸ਼ੁਰੂ ਕਰ ਦਿੱਤਾ, ਉਹਦੇ ਵਰਗਾ ਸੁਖੀ ਇਨਸਾਨ ਦੁਨੀਆ ਦੇ ਵਿੱਚ ਕੋਈ ਨਹੀਂ। ਬੇਅੰਤ ਹੋਏ ਨੇ, ਜੇਕਰ ਨਾ ਗਿਣਨੇ ਸ਼ੁਰੂ ਕਰੀਏ, ਗਿਣਦਿਆਂ ਗਿਣਦਿਆਂ ਗਿਣਤੀ ਤਾਂ ਮੁੱਕ ਸਕਦੀ ਹੈ, ਪਰ ਉਹਨਾਂ ਦੇ ਨਾਮ ਨਹੀਂ ਮੁੱਕ ਸਕਦੇ ਜਿਨ੍ਹਾਂ ਨੇ ਆਪਣੇ ਅੰਦਰ ਨੂੰ ਖੋਜ ਕੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾ ਲਿਆ। ਭਗਤ ਕਬੀਰ ਜੀ ਕਹਿੰਦੇ ਨੇ ਨਾ, ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਹੁਣ ਬਾਹਰ ਦਾ ਜਿਹੜਾ ਸੁੱਖ, ਜਿਹੜਾ ਮੈਨੂੰ ਸੁੱਖ ਲੱਗਦਾ ਪਿਆ ਨਾ, ਅਸਲ ਦੇ ਵਿੱਚ ਇਹ ਸੁੱਖ ਨਹੀਂ ਹੈ। ਹੁਣ ਦੇਖੋ, ਬਾਹਰ ਗਰਮੀ ਹੋਵੇ, ਧੁੱਪ ਲੱਗੀ ਹੋਵੇ ਬੜੀ ਤੇਜ਼, ਤੇ ਤੁਸੀਂ ਪੈਦਲ ਚੱਲ ਕੇ ਆਓ, ਜਦੋਂ ਆਪਣੇ ਘਰ ਦੇ ਅੰਦਰ ਐਂਟਰ ਕਰੋ ਜਾਂ ਕਿਸੇ ਸ਼ਾਪਿੰਗ ਮਾਲ ਦੇ ਅੰਦਰ ਐਂਟਰ ਕਰੋ, ਉੱਥੇ ਏਅਰ ਕੌਨਸ ਲੱਗੇ ਹੋਏ ਨੇ, ਘਰ ਦੇ ਵਿੱਚ ਏਅਰ ਕੌਨ ਚੱਲ ਰਿਹਾ ਹੈ। ਬਾਹਰ ਬੜੀ ਗਰਮੀ ਸੀ, ਪਸੀਨੇ ਦੇ ਨਾਲ ਤੁਸੀਂ ਭਿੱਜ ਗਏ, ਪਰ ਜਿਸ ਸਮੇਂ ਤੁਹਾਡੇ ਕਦਮ ਜਿਹੜੇ ਨੇ ਉਹ ਸ਼ਾਪਿੰਗ ਮਾਲ ਦੇ ਵਿੱਚ ਜਾਂਦੇ ਨੇ ਜਾਂ ਆਪਣੇ ਕਮਰੇ ਦੇ ਵਿੱਚ, ਘਰ ਦੇ ਵਿੱਚ ਐਂਟਰ ਕਰਦੇ ਹੋ, ਉੱਥੇ ਏਅਰ ਕੌਨ ਦੀ ਠੰਡੀ ਹਵਾ ਹੈ, ਉਹਦੇ ਨਾਲ ਤੁਹਾਨੂੰ ਗਰਮੀ ਤੋਂ ਰਾਹਤ ਮਿਲਦੀ ਹੈ, ਤੁਸੀਂ ਥੋੜ੍ਹਾ ਜਿਹਾ ਆਰਾਮ ਮਹਿਸੂਸ ਕਰਦੇ ਹੋ। ਥੋੜ੍ਹਾ ਜਿਹਾ, ਬੇਨਤੀ ਧਿਆਨ ਨਾਲ ਸੁਣਿਓ, ਥੋੜ੍ਹਾ ਜਿਹਾ ਆਰਾਮ ਮਹਿਸੂਸ ਕਰਦੇ ਹੋ। ਉਸ ਟਾਈਮ 'ਤੇ ਤੁਹਾਨੂੰ ਬੜਾ ਚੰਗਾ ਫੀਲ ਹੁੰਦਾ ਹੈ, ਇਵੇਂ ਲੱਗਦਾ ਕਿ ਤੁਹਾਨੂੰ ਸੁੱਖ ਮਿਲ ਗਿਆ। ਪਰ ਜਦੋਂ ਕੁਝ ਸਮਾਂ ਤੁਸੀਂ ਉੱਥੇ ਬੈਠਦੇ ਹੋ, ਕੁਝ ਸਮੇਂ ਬਾਅਦ ਤੁਹਾਨੂੰ ਠੰਡ ਲੱਗਣੀ ਸ਼ੁਰੂ ਹੋ ਜਾਂਦੀ ਹੈ। ਏਅਰ ਕੌਨ ਚੱਲ ਰਿਹਾ ਹੈ ਨਾ, ਫਿਰ ਤੁਸੀਂ ਉਹ ਏਅਰ ਕੌਨ ਦਾ ਸਵਿਚ ਆਫ ਕਰ ਦਿੰਦੇ ਹੋ। ਯਾਦ ਰਹੇ, ਜਿਹੜਾ ਪਹਿਲਾਂ ਮੈਨੂੰ ਸੁੱਖ ਮਹਿਸੂਸ ਹੋ ਰਿਹਾ ਸੀ, ਹੁਣ ਉਹੀ ਦੁੱਖ ਦੇ ਵਿੱਚ ਤਬਦੀਲ ਹੋ ਗਿਆ ਹੈ। ਹੁਣ ਉਹੀ ਜਿਸ ਨੇ ਪਹਿਲਾਂ ਮੈਨੂੰ ਸੁੱਖ ਦਿੱਤਾ, ਹੁਣ ਉਹੀ ਮੈਨੂੰ ਦੁੱਖ ਦੇ ਰਿਹਾ, ਕਿਉਂਕਿ ਠੰਡ ਲੱਗ ਰਹੀ ਹੈ। ਜੇਕਰ ਗਰਮੀ ਦਾ ਲੱਗਣਾ ਮੈਨੂੰ ਦੁੱਖ ਮਹਿਸੂਸ ਹੋ ਰਿਹਾ ਸੀ, ਸਰਦੀ ਦਾ ਲੱਗਣਾ ਵੀ ਮੈਨੂੰ ਦੁੱਖ ਮਹਿਸੂਸ ਹੁੰਦਾ ਪਿਆ ਹੈ। ਸੋ ਇਹਦਾ ਮਤਲਬ, ਜਿਹੜੇ ਬਾਹਰੋਂ ਅਸੀਂ ਸੁੱਖ ਭਾਲਦੇ ਹਾਂ ਜਾਂ ਜਿਹੜੇ ਬਾਹਰੀ ਤੌਰ 'ਤੇ ਸਾਨੂੰ ਸੁੱਖ ਲੱਗਦੇ ਨੇ, ਅਸਲ ਦੇ ਵਿੱਚ ਉਹ ਸੁੱਖ ਹੈ ਨਹੀਂ। ਉਹ ਕੇਵਲ ਕੁਝ ਪਲਾਂ ਦਾ ਆਰਾਮ ਹੈ, ਕੁਝ ਪਲਾਂ ਦਾ ਆਰਾਮ ਹੈ, ਜਿਹੜਾ ਅਗਲੇ ਹੀ ਪਲ ਦੇ ਵਿੱਚ, ਅਗਲੇ ਹੀ ਮੂਵਮੈਂਟ ਦੇ ਵਿੱਚ ਉਹ ਦੁੱਖ ਦੇ ਵਿੱਚ ਕਨਵਰਟ ਹੋ ਜਾਏਗਾ। ਪਰ ਜੇਕਰ ਇਨਸਾਨ ਆਪਣੇ ਅੰਦਰ ਨੂੰ ਖੋਜ ਲਏ, ਕਹਿੰਦੇ ਇੱਕ ਮਾਓ ਜੇ ਤੁੰਗ ਚਾਈਨੀਜ਼ ਪਰਸਨ ਹੋਇਆ ਜੀ, ਬੜਾ ਸਟੇਟਸ ਸੀ ਉਹਨਾਂ ਦਾ। ਉਹਨਾਂ ਨੇ ਆਪਣੇ ਜੀਵਨ ਦੀ ਇੱਕ ਬੜੀ ਪਿਆਰੀ ਘਟਨਾ ਲਿਖੀ। ਕਹਿੰਦੇ ਉਹਨਾਂ ਦੀ ਜਿਹੜੀ ਮਾਤਾ ਸੀ ਨਾ, ਉਹ ਪੇੜ ਪੌਦਿਆਂ ਦੇ ਨਾਲ, ਫੁੱਲਾਂ ਦੇ ਨਾਲ ਬੜਾ ਪਿਆਰ ਸੀ ਉਹਨਾਂ ਦਾ, ਤੇ ਬੜੇ ਪਿਆਰ ਦੇ ਨਾਲ ਉਹਨਾਂ ਦਾ ਜਿਹੜਾ ਘਰ ਦਾ ਗਾਰਡਨ ਸੀ, ਬਗੀਚਾ ਸੀ, ਉਹਦੇ ਵਿੱਚ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਫੁੱਲ ਲਗਾਏ ਹੋਏ ਨੇ, ਤੇ ਬੜੇ ਪਿਆਰ ਦੇ ਨਾਲ ਉਹਨਾਂ ਦੀ ਸੰਭਾਲ ਕਰਨੀ, ਪਾਣੀ ਦੇਣਾ, ਜੇਕਰ ਕਿਤੇ ਖਾਦ ਦੀ ਜ਼ਰੂਰਤ ਪੈ ਗਈ ਖਾਦ ਪਾ ਦੇਣੀ, ਬੜੇ ਪਿਆਰ ਦੇ ਨਾਲ ਉਹਨਾਂ ਦੀ ਸੰਭਾਲ ਕਰਨੀ। ਤੇ ਜਿਹੜਾ ਵੀ ਕੋਈ ਉਹਨਾਂ ਦੇ ਗਾਰਡਨ ਦੇ ਕੋਲੋਂ ਜਾਂ ਉਹਨਾਂ ਦੇ ਘਰ ਦੇ ਅੱਗੋਂ ਲੰਘਦਾ ਸੀ, ਉਹ ਖੂਬਸੂਰਤ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਨੂੰ ਦੇਖ ਕੇ ਬੜਾ ਖੁਸ਼ ਹੁੰਦਾ, ਬੜੀ ਵਡਿਆਈ ਕਰਦਾ, ਉਸ ਕੁਦਰਤ ਤੋਂ ਵੀ ਬਲਿਹਾਰ ਜਾਂਦਾ, ਕਾਦਰ ਤੋਂ ਵੀ ਬਲਿਹਾਰ ਜਾਂਦਾ। ਕੁਝ ਸਮਾਂ ਬਤੀਤ ਹੋਇਆ, ਉਹਨਾਂ ਦੇ ਮਾਤਾ ਜਿਹੜੇ ਨੇ ਉਹ ਬਿਮਾਰ ਪੈ ਗਏ, ਤੇ ਮਾਤਾ ਨੇ ਆਪਣੇ ਬੱਚੇ ਨੂੰ ਬੁਲਾ ਕੇ ਕਿਹਾ, ਕਹਿਣ ਲੱਗੇ, ਬੇਟਾ ਜਿਹੜੇ ਬਾਹਰ ਗਾਰਡਨ ਦੇ ਵਿੱਚ ਪੇੜ ਪੌਦੇ ਫੁੱਲ ਲੱਗੇ ਹੋਏ ਨੇ, ਉਹਨਾਂ ਦੀ ਸੰਭਾਲ ਤੂੰ ਕਰਨੀ ਹੈ। ਮੈਂ ਜਿਸ ਤਰ੍ਹਾਂ ਸੰਭਾਲ ਕਰਦੀ ਸਾਂ, ਮੈਂ ਉਹਨਾਂ ਦੀ ਦੇਖ ਰੇਖ ਕਰਦੀ ਪਈ ਸਾਂ, ਹੁਣ ਇਹ ਜ਼ਿੰਮੇਵਾਰੀ ਤੇਰੀ ਹੈ, ਕਿਉਂਕਿ ਸਰੀਰ ਦੇ ਵਿੱਚ ਤਾਕਤ ਨਹੀਂ ਕਿ ਉੱਠ ਕੇ ਮੈਂ ਜਾ ਕੇ ਤੇ ਕੰਮ ਕਰ ਸਕਾਂ। ਪੁੱਤਰ ਨੇ ਕਿਹਾ, ਕਹਿਣ ਲੱਗੇ, ਮਾਂ ਤੂੰ ਚਿੰਤਾ ਨਾ ਕਰ, ਮੈਂ ਸੰਭਾਲ ਕਰਾਂਗਾ। 10, 12, 15 ਦਿਨ ਲੰਘੇ। ਮੌਤ ਜੇ ਤੁੰਗ ਨੇ ਕੀ ਕਰਨਾ, ਸਵੇਰੇ ਉੱਠ ਕੇ ਜਾ ਕੇ ਤੇ ਇੱਕ ਇੱਕ ਪੱਤੇ ਨੂੰ ਝਾੜਨਾ, ਇੱਕ ਇੱਕ ਪੱਤੇ ਨੂੰ ਬੜਾ ਪਿਆਰ ਦੇਣਾ, ਇੱਕ ਇੱਕ ਪੱਤੇ ਦੇ ਉੱਤੇ ਪਾਣੀ ਦੀਆਂ ਬੂੰਦਾਂ ਛਿੜਕਣੀਆਂ ਮਤਲਬ ਸਪ੍ਰਿੰਕਲ ਕਰਨਾ। ਪਰ ਹੋਵੇ ਕਿ ਜਿਵੇਂ ਜਿਵੇਂ ਦਿਨ ਲੰਘਦੇ ਜਾਣ, ਉਹ ਪੱਤੇ ਇੰਨੀ ਸੰਭਾਲ ਕਰਨ ਦੇ ਬਾਵਜੂਦ ਵੀ ਕੁਮਲਾਈ ਜਾਣ। ਫੁੱਲ ਕੁਮਲਾ ਗਏ, ਪੱਤੇ ਕੁਮਲਾ ਗਏ, ਪੱਤੇ ਝੜਨੇ ਵੀ ਸਟਾਰਟ ਹੋ ਗਏ। ਤੇ ਕੁਝ ਦਿਨ ਬਤੀਤ ਹੋਰ ਹੋਏ, ਉਹ ਜਿਹੜਾ ਬਾਗ, ਬਗੀਚਾ, ਗਾਰਡਨ ਬੜਾ ਖੂਬਸੂਰਤ ਹੋਇਆ ਕਰਦਾ ਸੀ, ਤਰ੍ਹਾਂ ਤਰ੍ਹਾਂ ਦੇ ਫੁੱਲ ਖਿੜੇ ਹੁੰਦੇ ਸੀ। ਅੱਜ ਉੱਥੇ ਕੋਈ ਫੁੱਲ ਨਹੀਂ,
ਉੱਥੇ ਕੋਈ ਬੰਬਲ ਵੀ ਆਣ ਕੇ ਫੁੱਲਾਂ ਦੇ ਉੱਤੇ ਬੈਠ ਕੇ ਰਸ ਨਹੀਂ ਚੂਸ ਰਿਹਾ, ਉੱਥੇ ਕੋਈ ਹਰਿਆਵਲ ਨਹੀਂ ਹੈ, ਬਿਲਕੁਲ ਸਭ ਕੁਝ ਕੁਮਲਾ ਚੁੱਕਾ ਹੈ। ਮਾਂ ਜਦੋਂ ਥੋੜ੍ਹੀ ਜਿਹੀ ਆਪਣੇ ਆਪ 'ਚ ਮਹਿਸੂਸ ਕੀਤਾ ਕਿ ਉੱਠ ਸਕਦੀਆਂ, ਉੱਠ ਕੇ ਬਾਹਰ ਆਈ, ਉਹਨੇ ਦੇਖਿਆ, ਦੇਖ ਕੇ ਉਹਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਵਹਿ ਤੁਰੇ। ਜਦੋਂ ਮੌਤ ਜੀ ਤੋਂ ਘਰ ਵਾਪਸ ਆਇਆ ਤੇ ਉਹਨੇ ਬੁਲਾਇਆ ਮਾਂ ਨੇ, ਕਹਿੰਦੀ ਬੇਟਾ ਮੈਂ ਤੈਨੂੰ ਕਿਹਾ ਸੀ ਤੂੰ ਸੰਭਾਲ ਕਰਨੀ ਹੈ, ਤੂੰ ਕੀਤੀ ਨਹੀਂ। ਉਹ ਵੀ ਰੋ ਪਿਆ, ਕਹਿਣ ਲੱਗਾ ਮਾਂ ਮੈਂ ਬੜੀ ਸੰਭਾਲ ਕੀਤੀ, ਮੈਂ ਬੜੀ ਦੇਖ ਰੇਖ ਕੀਤੀ, ਮੈਂ ਜਾਣ ਤੋਂ ਵੱਧ ਕੇ ਉਹਨਾਂ ਦੀ ਸੰਭਾਲ ਕੀਤੀ, ਪਰ ਪਤਾ ਨਹੀਂ ਮੈਨੂੰ ਇਹ ਸਮਝ ਨਹੀਂ ਲੱਗੀ ਕਿ ਇਹ ਭਾਣਾ ਕੀ ਵਰਤਿਆ, ਹੋਇਆ ਕਿ ਉਹ ਫਿਰ ਵੀ ਕੁਮਲਾ ਗਏ। ਤੇ ਮਾਂ ਨੇ ਪੁੱਛਿਆ, ਕਹਿੰਦੀ ਤੂੰ ਕੀਤਾ ਕੀ ਸੀ? ਕਹਿੰਦਾ ਮੈਂ ਇਹਨਾਂ ਨੂੰ ਪਾਣੀ ਨਹੀਂ ਦਿੱਤਾ। ਪਾਣੀ ਕਿਵੇਂ ਦਿੱਤਾ? ਹਰ ਇੱਕ ਪੱਤੇ ਨੂੰ ਮੈਂ ਪਹਿਲਾਂ ਝਾੜਦਾ ਰਿਹਾ ਰੋਜ਼ਾਨਾ, ਪੱਤੇ ਨੂੰ ਝਾੜਨ ਤੋਂ ਬਾਅਦ ਉਹਦੇ ਉੱਤੇ ਪਾਣੀ ਵੀ ਸਪ੍ਰਿੰਕਲ ਕਰਦਾ ਰਿਹਾ। ਇੰਨੀ ਮਿਹਨਤ ਕੀਤੀ, ਉਸ ਮਿਹਨਤ ਦੇ ਬਾਵਜੂਦ ਵੀ ਇਹ ਸੁੱਕ ਗਏ, ਕੁਮਲਾ ਗਏ। ਜਿੱਥੇ ਮਾਂ ਰੋਂਦੀ ਪਈ ਸੀ, ਹੁਣ ਥੋੜ੍ਹੀ ਜਿਹੀ ਉਹਦੇ ਚਿਹਰੇ ਤੇ ਮੁਸਕਰਾਹਟ ਆਈ ਤੇ ਕਹਿਣ ਲੱਗੀ, ਪਾਗਲਾ, ਜਿਹੜਾ ਪਾਣੀ ਤੂੰ ਪੱਤਿਆਂ ਦੇ ਉੱਤੇ ਸਪ੍ਰਿੰਕਲ ਕਰਦਾ ਪਿਆ ਸੀ ਨਾ, ਜੇਕਰ ਉਹੀ ਪਾਣੀ ਪੌਦੇ ਦੀਆਂ ਜੜ੍ਹਾਂ ਦੇ ਵਿੱਚ ਪਾਇਆ ਹੁੰਦਾ ਤੇ ਪੌਦੇ ਅੱਜ ਕੁਮਲਾਉਂਦੇ ਨਾ, ਸੁੱਕਦੇ ਨਾ। ਜੇ ਜੜ੍ਹਾਂ ਦੇ ਵਿੱਚ ਪਾਇਆ ਹੁੰਦਾ ਤੇ ਪੌਦੇ ਫੁੱਲ ਕੁਮਲਾਉਂਦੇ ਨਾ, ਸੁੱਕਦੇ ਨਾ, ਉਹ ਬਿਲਕੁਲ ਖਿੜੇ ਰਹਿੰਦੇ। ਪ੍ਰੋਬਲਮ ਕੀ ਹੋ ਗਈ ਕਿ ਤੂੰ ਬਾਹਰ ਹੀ ਪਾਣੀ ਛਿੜਕਦਾ ਰਹਿ ਗਿਆ। ਸੇਮ ਸਿਚੁਏਸ਼ਨ ਸਾਧ ਸੰਗਤ ਸਾਡੀ ਹੈ। ਅਸੀਂ ਬਾਹਰੋਂ ਸੁੱਖ ਭਾਲਦੇ ਹਾਂ, ਪਰ ਉਹਨਾਂ ਸੁੱਖਾਂ ਦੀ ਰੂਟ ਸਾਡੇ ਅੰਦਰ ਹੈ। ਅਸੀਂ ਬਾਹਰ ਪਦਾਰਥਾਂ ਦੇ ਵਿੱਚੋਂ ਸੁੱਖ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਯਾਦ ਰਹੇ, ਪਦਾਰਥ ਕਦੇ ਤੁਹਾਨੂੰ ਸੁਖੀ ਨਹੀਂ ਜੇ ਕਰ ਸਕਦੇ। ਕੁਝ ਪਲ ਦਾ ਆਰਾਮ ਜ਼ਰੂਰ ਦੇ ਸਕਦੇ ਨੇ, ਤੁਹਾਡੀ ਜ਼ਿੰਦਗੀ ਨੂੰ ਥੋੜ੍ਹਾ ਜਿਹਾ ਈਜ਼ੀ ਜ਼ਰੂਰ ਕਰ ਸਕਦੇ ਨੇ। ਜਿਵੇਂ ਟੈਕਨੋਲੋਜੀ ਵੱਲ ਦੇਖ ਲਈਏ, ਈਜ਼ੀ ਕਰ ਦਿੱਤਾ ਲਾਈਫ ਨੂੰ ਇਸ ਟੈਕਨੋਲੋਜੀ ਨੇ। ਕਿੱਥੇ ਲੋਕ ਪਹਿਲਾਂ ਪੈਦਲ ਚੱਲਿਆ ਕਰਦੇ ਸੀ, ਤੁਰਦਿਆਂ ਤੁਰਦਿਆਂ ਕਈ ਮਹੀਨਿਆਂ ਦਾ ਸਫ਼ਰ ਕਰਕੇ ਕਿਤੇ ਆਪਣੀ ਮੰਜ਼ਿਲ ਤੇ ਪਹੁੰਚਦੇ ਸੀ। ਹੌਲੀ ਹੌਲੀ ਉਹ ਆਵਾਜਾਈ ਦੇ ਸਾਧਨ ਵਿਕਸਿਤ ਹੋਣੇ ਸ਼ੁਰੂ ਹੋਏ, ਕਾਰਾਂ ਤੱਕ ਪਹੁੰਚ ਗਏ, ਪਲੇਨ ਹਵਾ ਦੇ ਵਿੱਚ ਉੱਡਦੇ ਪਏ ਨੇ। ਸਾਡੀ ਜ਼ਿੰਦਗੀ ਨੂੰ ਬਾਹਰ ਦੇ ਪਦਾਰਥਾਂ ਨੇ, ਇਨਵੈਂਸ਼ਨਸ ਨੇ ਈਜ਼ੀ ਜ਼ਰੂਰ ਕੀਤਾ ਹੈ, ਪਰ ਯਾਦ ਰਹੇ ਜਿੱਥੇ ਇਹਨਾਂ ਨੇ ਈਜ਼ੀ ਕੀਤਾ ਹੈ, ਉੱਥੇ ਨਾਲ ਦੀ ਨਾਲ ਇਹ ਇਕੱਲਾ ਸਾਡੀ ਜ਼ਿੰਦਗੀ 'ਚ ਕੰਫਰਟ ਲੈ ਕੇ ਨਹੀਂ ਆਏ, ਨਾਲ ਕੁਝ ਨੁਕਸਾਨ ਵੀ ਲੈ ਕੇ ਆਏ ਨੇ, ਕੁਝ ਨੁਕਸਾਨ ਵੀ ਨੇ। ਸੋ ਇਹ ਬਾਹਰ ਦੇ ਪਦਾਰਥ ਸਾਨੂੰ ਕੁਝ ਪਲ ਦਾ ਆਰਾਮ ਦੇ ਸਕਦੇ ਨੇ, ਪਰ ਜੇਕਰ ਮੈਂ ਚਾਹੁੰਦਾ ਕਿ ਮੇਰੀ ਜ਼ਿੰਦਗੀ 'ਚ ਐਸਾ ਸੁੱਖ ਆਏ ਜਿਹੜਾ ਕਦੇ ਦੁਬਾਰਾ ਚੇਂਜ ਹੀ ਨਾ ਹੋਏ, ਤੇ ਸਤਿਗੁਰੂ ਜੀ ਕਹਿੰਦੇ ਫਿਰ ਤੂੰ ਇੱਦਾਂ ਕਰ, ਪਹਿਲਾਂ ਆਪਣੇ ਅੰਦਰ ਨੂੰ ਖੋਜ। ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਂ। ਕਦੇ ਹੈਵ ਯੂ ਐਵਰ ਸੀਨ ਕਿ ਕੋਈ ਦਰਖਤ ਜਿਹੜਾ ਹੈ, ਉਹਦੀਆਂ ਜੜ੍ਹਾਂ ਤਾਂ ਜ਼ਮੀਨ ਦੇ ਵਿੱਚ ਨਹੀਂ, ਉਹਦੀਆਂ ਰੂਟਸ ਤਾਂ ਜ਼ਮੀਨ ਦੇ ਵਿੱਚ ਨਹੀਂ, ਪਰ ਉਹ ਛਾਂ ਕਰਦਾ ਹੋਵੇ? ਐਸਾ ਦਰਖਤ ਤੁਹਾਨੂੰ ਦੁਨੀਆ 'ਚ ਨਜ਼ਰ ਨਹੀਂ ਆਏਗਾ, ਕਦੇ ਦੇਖਿਆ ਨਹੀਂ। ਪਰ ਯਾਦ ਰਹੇ, ਜਿਹੜਾ ਦਰਖਤ ਜ਼ਮੀਨ ਦੇ ਵਿੱਚ ਲੱਗਾ ਹੋਇਆ ਹੈ, ਉਹ ਛਾਂ ਵੀ ਦੇਵੇਗਾ ਤੇ ਉਹ ਫਲ ਵੀ ਦੇਵੇਗਾ। ਕਹਿੰਦੇ ਇੱਕ ਬੱਚੇ ਨੇ ਆਪਣੇ ਹੱਥ ਦੇ ਵਿੱਚ ਇੱਕ ਬੀਜ ਪਕੜਿਆ ਹੋਇਆ ਹੈ, ਉਹ ਬੀਜ ਪਿਤਾ ਨੇ ਦਿੱਤਾ, ਉਹਨੂੰ ਬੀਜ ਸੀਡ ਕਿਸੇ ਦਰਖਤ ਦਾ, ਉਹ ਦਰਖਤ ਜਿਸ ਨੂੰ ਫਲ ਲੱਗਦੇ ਨੇ। ਤੇ ਉਹ ਆਪਾਂ ਕੋਈ ਵੀ ਲੈ ਲਈਏ ਐਗਜ਼ਾਮਪਲ ਦੇ ਤੌਰ ਤੇ, ਚਾਹੇ ਸੇਬ ਲੈ ਲਈਏ, ਚਾਹੇ ਗੁਆਵਾ ਲੈ ਲਈਏ, ਅਮਰੂਦ ਲੈ ਲਈਏ, ਕੋਈ ਵੀ ਫਲ ਦਾ ਦਰਖਤ, ਪਿਤਾ ਨੇ ਇੱਕ ਬੀਜ, ਇੱਕ ਸੀਡ ਬੱਚੇ ਦੀ ਹਥੇਲੀ ਦੇ ਉੱਤੇ ਰੱਖ ਦਿੱਤਾ ਤੇ ਨਾਲ ਹੀ ਕਿਹਾ, ਕਹਿਣ ਲੱਗੇ ਬੇਟਾ ਇਹ ਜਿਹੜਾ ਬੀਜ ਹੈ ਨਾ, ਇਸ ਬੀਜ ਦੇ ਵਿੱਚੋਂ ਇੱਕ ਦਰਖਤ ਪੈਦਾ ਹੋ ਸਕਦਾ ਹੈ, ਇਹਦੇ ਵਿੱਚੋਂ ਤੈਨੂੰ ਫਲ ਵੀ ਮਿਲ ਸਕਦੇ ਨੇ। ਹੁਣ ਬੱਚਾ ਜਿੱਦ ਪੈ ਗਿਆ, ਕਹਿਣ ਲੱਗਾ ਮੈਨੂੰ ਹੁਣੇ ਹੀ ਫਲ ਚਾਹੀਦਾ ਹੈ, ਮੈਂ ਹੁਣੇ ਹੀ ਇਹਦਾ ਫਲ ਖਾਣਾ ਚਾਹੁੰਦਾ। ਬੱਚਾ ਹੈ ਨਾ, ਤੇ ਬੱਚੇ ਦੀ ਜਿੱਦ ਦੇਖ ਕੇ ਪਿਤਾ ਨੇ ਫਿਰ ਉਸ ਨੂੰ ਸਮਝਾਇਆ, ਕਹਿਣ ਲੱਗੇ ਪੁੱਤਰਾ, ਜਦੋਂ ਤੱਕ ਇਸ ਬੀਜ ਨੂੰ ਜ਼ਮੀਨ ਦੇ ਵਿੱਚ ਬੀਜਿਆ ਨਹੀਂ ਜਾਏਗਾ, until you don't plant, ਜਦੋਂ ਤੱਕ ਤੂੰ ਇਸ ਨੂੰ ਬੀਜੇਗਾ ਨਹੀਂ, ਉਦੋਂ ਤੱਕ ਇਹ ਪੌਦਾ ਨਹੀਂ ਬਣਨਾ। ਤੇ ਜਦੋਂ ਤੱਕ ਪੌਦਾ ਨਹੀਂ ਬਣੇਗਾ, ਉਦੋਂ ਤੱਕ ਇਹਨੂੰ ਫਲ ਕੋਈ ਨਹੀਂ ਲੱਗਣਾ। ਤੇ ਜਦੋਂ ਤੱਕ ਫਲ ਨਹੀਂ ਲੱਗੇਗਾ, ਫਿਰ ਤੂੰ ਖਾਵੇਂਗਾ ਕੀ? ਬੜੇ ਪਿਆਰ ਦੇ ਨਾਲ ਸਮਝਾਇਆ, ਬੱਚੇ ਨੂੰ ਸਮਝ ਪਈ। ਤੇ ਸਾਧ ਸੰਗਤ ਖਿਆਲ ਕਰੀ, ਇੰਨੀ ਕੁ ਗੱਲ ਅਸੀਂ ਵੀ ਸਮਝ ਜਾਈਏ ਕਿ ਬੀਜ ਜਦੋਂ ਤੱਕ ਬੀਜਾਂਗੇ ਨਹੀਂ,
ਉਦੋਂ ਤੱਕ ਸੁਖ ਰੂਪੀ ਫਲ ਜੀਵਨ ਦੇ ਵਿੱਚ ਨਹੀਂ ਜੇ ਮਿਲਣ ਵਾਲਾ। ਬੀਜ ਕਿਹੜਾ? ਉਸ ਬੀਜ ਦਾ ਜ਼ਿਕਰ ਗੁਰੂ ਸਾਹਿਬ ਨੇ ਬਾਣੀ 'ਚ ਕੀਤਾ। ਕਹਿੰਦੇ ਨਾਮ ਬੀਜ, ਨਾਮ ਦਾ ਬੀਜ ਹੈ ਤੇ ਬੀਜਣਾ ਕਿੱਥੇ ਹੈ? ਨਾਮ ਦਾ ਬੀਜ ਕਿਤੇ ਬਾਹਰ ਦੀ ਜ਼ਮੀਨ ਤੇ ਕਿਸੇ ਬਾਹਰ ਫੀਲਡ ਦੇ ਉੱਤੇ ਨਹੀਂ ਜੇ ਬੀਜਿਆ ਜਾਣਾ। ਐਸਾ ਨਹੀਂ ਹੈ ਕਿ ਮੈਂ ਨਾਮ ਦਾ ਬੀਜ ਗੁਰੂ ਦੇ ਕੋਲੋਂ ਲੈ ਲਵਾਂ ਤੇ ਜਾ ਕੇ ਮੈਂ ਆਪਣੇ ਘਰ ਦੇ ਵਿੱਚ ਇੱਕ ਪੌਟ ਦੇ ਵਿੱਚ ਉਹਨੂੰ ਬੀਜ ਦੇਵਾਂ। ਐਸਾ ਨਹੀਂ ਜੀ ਹੋਣ ਵਾਲਾ। ਨਾਮ ਦਾ ਬੀਜ ਗੁਰੂ ਦੇ ਕੋਲੋਂ ਮਿਲਣਾ ਹੈ ਤੇ ਉਸ ਬੀਜ ਨੂੰ ਬੀਜਿਆ ਵੀ ਸਾਡੇ ਮਨ ਰੂਪੀ ਧਰਤੀ ਦੇ ਉੱਤੇ ਜਾਣਾ ਹੈ। ਤੇ ਜਦੋਂ ਆਪਣੇ ਅੰਦਰ ਉਸ ਬੀਜ ਨੂੰ ਬੀਜਾਂਗੇ ਨਾ, ਫਿਰ ਕੀ ਹੋਏਗਾ? ਭਾਉ ਕਰਮ ਕਰ ਜਮਸੀ ਸੇ ਘਰ ਭਾਗਠ ਦੇਖ। ਸਤਿਗੁਰੂ ਜੀ ਕਹਿੰਦੇ ਫਿਰ ਉਹ ਬੀਜ ਤੇਰੇ ਅੰਦਰ ਸਪਰਾਊਟ ਹੋਏਗਾ, ਫਿਰ ਉਹ ਦਰਖਤ ਬਣੇਗਾ। ਤੇ ਜਦੋਂ ਉਹ ਬੀਜ ਸਪਰਾਊਟ ਹੋਣਾ ਸ਼ੁਰੂ ਹੋ ਗਿਆ, ਤੇਰੇ ਜੀਵਨ ਦੇ ਵਿੱਚ ਸੁੱਖ ਆਉਣੇ ਆਪਣੇ ਆਪ ਹੀ ਸ਼ੁਰੂ ਹੋ ਜਾਣੇ ਨੇ। ਤੈਨੂੰ ਭਟਕਣ ਦੀ ਜ਼ਰੂਰਤ ਨਹੀਂ ਰਹਿ ਜਾਣੀ ਕਿਤੇ। ਜਿਹੜੇ ਬਾਣੀ ਦਾ ਪਾਠ ਕਰਦੇ ਨੇ ਉਹਨਾਂ ਨੇ ਇਹ ਸ਼ਬਦ ਪੜ੍ਹਿਆ ਹੋਏਗਾ। ਕੀਰਤਨ ਰੂਪ ਵਿੱਚ ਸਮੁੱਚੀ ਸੰਗਤ ਨੇ, ਸਮੁੱਚੇ ਸਿੱਖ ਜਗਤ ਨੇ ਇਸ ਸ਼ਬਦ ਨੂੰ ਸੁਣਿਆ। ਬੇਅੰਤ ਰਾਗੀਆਂ ਨੇ ਇਸ ਸ਼ਬਦ ਨੂੰ ਗਾਇਆ। ਉਹ ਸ਼ਬਦ ਜਿਹੜਾ ਨਾ ਜੀ ਹੈ ਬੜਾ ਪਿਆਰਾ, ਕਿਉਂਕਿ ਵਰਡਿੰਗ ਬੜੀ ਪਿਆਰੀ ਗੁਰੂ ਸਾਹਿਬ ਨੇ ਯੂਜ਼ ਕੀਤੀ ਹੈ ਤੇ ਸਾਨੂੰ ਬੜਾ ਚੰਗਾ ਲੱਗਦਾ ਹੈ। ਚੰਗਾ ਜ਼ਰੂਰ ਲੱਗਦਾ ਹੈ, ਪਰ ਕਦੇ ਅਸੀਂ ਉਸ ਸ਼ਬਦ ਦੀ ਜਿਹੜੀ ਪੰਕਤੀ ਹੈ ਨਾ, ਪਹਿਲੀ ਇੱਕ ਹੀ ਪੰਕਤੀ ਦੀ ਮੈਂ ਗੱਲ ਕਰਨ ਲੱਗਾ, ਉਸ ਇੱਕ ਪੰਕਤੀ ਨੂੰ ਕਦੇ ਵਿਚਾਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਉਹ ਸ਼ਬਦ ਪਤਾ ਕੀ ਹੈ ਜੀ? ਸਤਿਗੁਰੂ ਜੀ ਕਹਿੰਦੇ ਘਰ ਸੁਖ ਵਸਿਆ, ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਤਿੰਨ ਗੱਲਾਂ ਨੇ ਸਾਧ ਸੰਗਤ ਇਸ ਪਾਵਨ ਇੱਕ ਪੰਕਤੀ ਦੇ ਵਿੱਚ। ਕਹਿੰਦੇ ਘਰ ਸੁਖ ਵਸਿਆ। ਹੁਣ ਇੱਥੇ ਘਰ ਦਾ ਮਤਲਬ ਅਸੀਂ ਬਾਹਰੀ ਤੌਰ ਤੇ ਲਿਟਰਲ ਮੀਨਿੰਗ ਕਰਾਂਗੇ ਤੇ ਘਰ ਦਾ ਮਤਲਬ ਅਸੀਂ ਆਪਣਾ ਘਰ ਕਰ ਲਵਾਂਗੇ। ਪਰ ਯਾਦ ਰਹੇ, ਇੱਥੇ ਘਰ ਦਾ ਮਤਲਬ ਸਾਡਾ ਬਾਹਰੀ ਘਰ ਨਹੀਂ ਜਿਹਦੇ ਵਿੱਚ ਆਪਾਂ ਰਹਿ ਰਹੇ ਹਾਂ। ਇੱਥੇ ਘਰ ਦਾ ਮਤਲਬ ਹੈ ਸਾਡਾ ਅੰਦਰ, ਸਾਡਾ ਅੰਦਰ। ਬਾਹਰ ਦਾ ਮਤਲਬ ਹੈ ਜੀ ਇਹ ਸੰਸਾਰ। ਹੁਣ ਯਾਦ ਰਹੇ, ਮੈਂ ਪਹਿਲਾਂ ਕਿਹਾ ਹੈ ਕਿ ਸੁੱਖ ਦਾ ਸੰਬੰਧ ਬਾਹਰ ਦੇ ਨਾਲ ਨਹੀਂ, ਇਹਦਾ ਸੰਬੰਧ ਅੰਦਰ ਦੇ ਨਾਲ ਹੈ। ਸਤਿਗੁਰੂ ਜੀ ਕਹਿੰਦੇ ਜਦੋਂ ਤੂੰ ਗੁਰੂ ਦੇ ਪਾਸੋਂ ਨਾਮ ਦਾ ਬੀਜ ਲੈ ਕੇ ਆਪਣੇ ਅੰਦਰ ਬੀਜੇਗਾ ਨਾ, ਫਿਰ ਤੇਰੇ ਘਰ ਸੁੱਖ ਵਸਿਆ, ਤੇਰੇ ਅੰਦਰ ਸੁੱਖ ਆ ਜਾਏਗਾ। ਤੇ ਜਦੋਂ ਅੰਦਰ ਸੁੱਖ ਪੈਦਾ ਹੋ ਗਿਆ, ਆਟੋਮੈਟਿਕਲੀ ਬਾਹਰ ਸੁੱਖ ਪਾਇਆ। ਤੇਰਾ ਬਾਹਰਲਾ ਜੀਵਨ ਜਿਹੜਾ ਹੈ ਉਹ ਵੀ ਸੁਖੀ ਹੋ ਜਾਏਗਾ। ਸਿੰਪਲ ਜਿਹਾ ਮੈਥਡ ਹੈ, ਸਿੰਪਲ ਜੀ ਗੱਲ ਸਤਿਗੁਰਾਂ ਨੇ ਸਮਝਾ ਦਿੱਤੀ ਇੱਕੋ ਪੰਕਤੀ ਦੇ ਵਿੱਚ। ਕਰਨਾ ਕੀ ਪੈਣਾ ਹੈ ਕਿ ਸਾਨੂੰ ਆਪਣੇ ਅੰਦਰ ਨੂੰ ਖੋਜਣਾ ਪਏਗਾ। ਜਦੋਂ ਤੱਕ ਨਹੀਂ ਖੋਜਾਂਗੇ ਉਦੋਂ ਤੱਕ ਸੁੱਖ ਦੀ ਕਲਪਨਾ ਵੀ ਨਹੀਂ ਜੇ ਕੀਤੀ ਜਾ ਸਕਦੀ। ਆਰਾਮ ਜ਼ਰੂਰ ਮਿਲੇਗਾ, ਬਾਹਰੀ ਪਦਾਰਥਾਂ ਦੇ ਵਿੱਚੋਂ, ਮਾਇਆ ਦੇ ਵਿੱਚੋਂ ਕੁਝ ਪਲਾਂ ਦਾ ਆਰਾਮ ਜ਼ਰੂਰ ਮਿਲੇਗਾ। ਪਰ ਜੇਕਰ ਮੈਂ ਉਹ ਸੁੱਖ ਚਾਹੁੰਦਾ, ਇਫ ਆਈ ਵਾਂਟ everlasting peace of mind, then I have to plant ਨਾਮ ਬੀਜ, a seed of ਨਾਮ। ਮੈਂ ਆਪਣੀ ਹਿਰਦੇ ਦੀ ਧਰਤੀ ਦੇ ਉੱਤੇ ਉਸ ਨੂੰ ਬੀਜਣਾ ਪਏਗਾ। ਸਤਿਗੁਰੂ ਜੀ ਕਹਿੰਦੇ ਬੀਜ, ਜਿਸ ਦਿਨ ਬੀਜ ਦਿੱਤਾ ਫਿਰ ਜੀਵਨ 'ਚ ਸੁੱਖ ਨੇ। ਪਤਾ ਕਿਸ ਤਰ੍ਹਾਂ ਸੁੱਖ ਆਉਣੇ ਨੇ? ਅੰਦਰ ਨਾਮ ਬੀਜਾਂਗੇ ਤੇ ਬਾਹਰ ਕਿਵੇਂ ਸੁੱਖ ਆਏਗਾ? ਯਾਦ ਰਹੇ, ਇੱਕ ਬੀਜ ਜੇਕਰ ਜ਼ਮੀਨ ਦੇ ਵਿੱਚ ਬੀਜਦੇ ਹਾਂ ਤਾਂ ਉਹਦਾ ਵਿਸਤਾਰ ਬੜਾ ਹੁੰਦਾ ਹੈ। ਵਿਸਤਾਰ ਮੀਨਸ ਉਹ ਇੱਕ ਦਰਖਤ ਦਾ ਰੂਪ ਲੈਂਦਾ ਹੈ, ਉਸ ਨੂੰ ਫਲ ਲੱਗਦੇ ਨੇ। ਯਾਦ ਰਹੇ, ਦਰਖਤ ਦਾ ਰੂਪ ਲੈਂਦਾ ਹੈ, ਉਸ ਨੂੰ ਫਲ ਲੱਗਦੇ ਨੇ। ਇੱਕ ਛੋਟਾ ਜਿਹਾ ਬੀਜ। ਤੇ ਜੇਕਰ ਪ੍ਰਮਾਤਮਾ ਦਾ ਨਾਮ ਰੂਪੀ ਬੀਜ ਇੱਕ ਆਪਣੇ ਅੰਦਰ ਬੀਜ ਦੇਵਾਂਗੇ, ਫਿਰ ਕੀ ਹੋਏਗਾ? ਜੀਵਨ ਕਿਸ ਤਰ੍ਹਾਂ ਖੁਸ਼ਹਾਲ ਹੋਵੇਗਾ, ਕਿਸ ਤਰ੍ਹਾਂ ਦੀ ਖੁਸ਼ੀ ਜਾਂ ਸੁੱਖ ਜੀਵਨ ਦੇ ਵਿੱਚ ਆਏਗਾ। ਫਿਰ ਤੁਹਾਨੂੰ ਕੋਈ ਚਾਹੇ ਤੁਹਾਡੇ ਸਾਹਮਣੇ ਆ ਕੇ ਤੁਹਾਡੀ ਨਿੰਦਾ ਕਰੇ, ਚਾਹੇ ਕਿਸੇ ਦੇ ਥਰੂ ਤੁਹਾਨੂੰ ਪਤਾ ਲੱਗੇ ਕਿ ਫਲਾਣਾ ਬੰਦਾ ਤੁਹਾਡੇ ਵਾਸਤੇ ਕੁਝ ਮਾੜੇ ਲਫ਼ਜ਼ ਬੋਲਦਾ ਪਿਆ ਹੈ, ਤੁਹਾਡੇ ਉੱਤੇ ਉਹਦਾ ਅਸਰ ਕੋਈ ਨਹੀਂ ਜਿਉਣ ਵਾਲਾ। ਜਦੋਂ ਤੁਸੀਂ ਕਿਸੇ ਦੀ ਨਿੰਦਾ, ਕਿਸੇ ਦੀ ਚੁਗਲੀ ਤੋਂ ਆਪਣੇ ਆਪ ਨੂੰ ਇਗਨੋਰ ਕਰਨਾ ਸਟਾਰਟ ਕਰ ਦਿੱਤਾ ਨਾ, ਸਾਧ ਸੰਗਤ ਇਹ ਨਿਸ਼ਾਨੀ ਹੈ। ਦੁੱਖ ਲੱਗਦਾ ਕਦੋਂ ਆ? ਦੁੱਖ ਮਹਿਸੂਸ ਕਦੋਂ ਹੁੰਦਾ ਹੈ? ਜਦੋਂ ਤੁਹਾਡੇ ਬਾਰੇ ਕੋਈ ਮਾੜਾ ਬੋਲੇ, ਤੁਹਾਡੇ ਕੰਨਾਂ ਦੇ ਵਿੱਚ ਆਵਾਜ਼ ਪਏ, ਤੁਹਾਡੇ ਦਿਲ ਤੇ ਜਾ ਕੇ ਗੱਲ ਲੱਗਦੀ ਹੈ, ਤੁਸੀਂ ਚਿੰਤਾ ਦੇ ਵਿੱਚ,
ਤੁਸੀਂ ਦੁਖੀ ਮਹਿਸੂਸ ਕਰਦੇ ਆਪਣੇ ਆਪ ਨੂੰ, ਹਾਂ ਮੈਂ ਤਾਂ ਇਹਦਾ ਕਦੇ ਮਾੜਾ ਨਹੀਂ ਸੋਚਿਆ, ਇਹ ਮੇਰੇ ਵਾਸਤੇ ਇਹੋ ਜਿਹੀ ਸੋਚ ਲੈ ਕੇ ਬੈਠਾ, ਦੁੱਖ ਦੀ ਸ਼ੁਰੂਆਤ ਹੋ ਗਈ। ਪਰ ਜਦੋਂ ਨਾਮ ਅੰਦਰ ਬੀਜਿਆ ਗਿਆ, ਜਦੋਂ ਅੰਦਰ ਸੁਖੀ ਹੋ ਗਿਆ, ਅੰਦਰ ਖੁਸ਼ਹਾਲੀ ਆ ਗਈ, ਫਿਰ ਇਹੋ ਜਿਹੀਆਂ ਗੱਲਾਂ ਦਾ ਤੁਹਾਡੀ ਸਿਹਤ ਦੇ ਉੱਤੇ, ਤੁਹਾਡੇ ਜੀਵਨ ਦੇ ਉੱਤੇ ਅਸਰ ਹੀ ਕੋਈ ਨਹੀਂ ਹੋਣ ਵਾਲਾ। ਆਪਣੇ ਆਪ ਹੀ ਤੁਸੀਂ ਖੁਸ਼ ਰਹੋਗੇ। ਹਰ ਇੱਕ ਪਲ ਤੁਹਾਡਾ ਖੁਸ਼ੀ ਦੇ ਵਿੱਚ ਬਤੀਤ ਹੋਏਗਾ, ਹਰ ਇੱਕ ਪਲ ਤੁਸੀਂ ਸੁੱਖ ਮਹਿਸੂਸ ਕਰੋਗੇ। ਤੇ ਯਾਦ ਰਹੇ, ਇਹ ਜਿਹੜਾ ਸੁੱਖ ਪ੍ਰਾਪਤ ਹੋਏਗਾ ਨਾ ਅੰਦਰਲਾ, ਇਹ ਸੁੱਖ ਕਦੇ ਵੀ ਚੇਂਜ ਹੋਣ ਵਾਲਾ ਨਹੀਂ ਜੀ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਜਾਓ ਸੁਖ ਕਉ ਚਾਹੈ ਸਦਾ ਸ਼ਰਨ ਰਾਮ ਕੀ ਲੈ। ਰਾਮ ਦੀ ਸ਼ਰਨ ਲੈ ਜੇਕਰ ਸੁੱਖ ਚਾਹੁੰਦਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬਚਨ, ਅੱਜ ਦਾ ਜਿਹੜਾ ਪਾਵਨ ਹੁਕਮ ਆਇਆ, ਸਵੇਰੇ ਪ੍ਰਕਾਸ਼ ਗਿਆਨੀ ਜੀ ਨੇ ਕੀਤਾ, ਜਿਹੜਾ ਹੁਕਮਨਾਮਾ ਅੱਜ ਆਇਆ ਨਾ, ਉਹਦੀ ਪਹਿਲੀ ਪੰਕਤੀ ਸਤਿਗੁਰੂ ਜੀ ਕਹਿੰਦੇ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਦੁੱਖ ਬਿਨਸ ਜਾਣਗੇ, ਸੁੱਖ ਆ ਜਾਏਗਾ ਜੀਵਨ 'ਚ। ਤੇ ਜਦੋਂ ਇਹ ਸੁੱਖ ਆਏਗਾ ਨਾ ਜੀਵਨ 'ਚ, ਤੇ ਯਾਦ ਰਹੇ, ਸਤਿਗੁਰਾਂ ਦਾ ਬਚਨ ਸਾਂਝਾ ਕਰਾਂ। ਸਤਿਗੁਰੂ ਜੀ ਕਹਿੰਦੇ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੀ ਸ਼ਰਨ ਪਿਆ ਸ਼ਰਨ ਰਾਮ ਕੀ ਲੈ। ਜਾ ਕੀ ਸ਼ਰਨ ਪਿਆ ਸੁਖ ਪਾਈਐ, ਜਾ ਕੀ ਸ਼ਰਨ ਪਿਆ ਸੁਖ ਪਾਈਐ। ਸਾਧ ਸੰਗਤ ਕਿਤੇ ਸਕਰੀਨ ਵੱਲ ਧਿਆਨ ਮਾਰਿਓ। ਜਾ ਕੀ ਸ਼ਰਨ ਪਿਆ ਸੁਖ ਪਾਈਐ, ਬਹੁੜ ਦੁੱਖ ਨਾ ਹੋਈ। ਜਦੋਂ ਰਾਮ ਦੀ ਸ਼ਰਨ ਲਏਗਾ, ਫਿਰ ਤੇਰੇ ਜੀਵਨ 'ਚ ਸੁੱਖ ਆਏਗਾ, ਦੁਬਾਰਾ ਦੁੱਖ ਨਹੀਂ ਆਉਣ ਵਾਲਾ। ਹੁਣ ਇੱਥੇ ਸਵਾਲ ਪੈਦਾ ਹੋਏਗਾ, ਜੀ ਜਿਹੜੇ ਰੱਬ ਦੇ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਜੁੜੇ ਹੋਏ ਸੀ, ਉਹਨਾਂ ਦੇ ਜੀਵਨ 'ਚ ਕਿਉਂ ਦੁਖੀ, ਉਹਨਾਂ ਨੂੰ ਕਿਉਂ ਇੰਨੇ ਕਸ਼ਟ ਸਹਾਰਨੇ ਪਏ? ਪਰ ਸਾਧ ਸੰਗਤ ਖਿਆਲ ਕਰਿਓ, ਇਹ ਸਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਕਸ਼ਟ ਸਹਾਰਨੇ ਪਏ, ਇਹ ਸਾਨੂੰ ਮਹਿਸੂਸ ਹੁੰਦਾ ਪਿਆ ਹੈ। ਅਸੀਂ ਸੋਚਦੇ ਹਾਂ, ਸਾਡੀ ਇਹ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਜੁੜੇ ਹੋਏ ਸੀ ਉਹਨਾਂ ਨੂੰ ਵੀ ਦੁੱਖਾਂ ਦਾ ਸਾਹਮਣਾ ਕਰਨਾ ਪਿਆ, ਉਹਨਾਂ ਨੂੰ ਵੀ ਕਸ਼ਟਾਂ ਦਾ ਸਾਹਮਣਾ ਕਰਨਾ ਪਿਆ। ਪਰ ਕਿਤੇ ਉਹਨਾਂ ਨੂੰ ਪੁੱਛ ਕੇ ਦੇਖੀਏ ਜਾਂ ਮਹਿਸੂਸ ਕਰਕੇ ਦੇਖੀਏ ਉਸ ਅਵਸਥਾ ਨੂੰ ਜਿੱਥੇ ਉਹ ਪਹੁੰਚੇ ਹੋਏ ਸੀ, ਤੇ ਆਪਣੇ ਆਪ ਸਾਡੇ ਇਸ ਕੁਐਸਚਨ ਦਾ ਆਨਸਰ ਸਾਨੂੰ ਮਿਲ ਜਾਏਗਾ। ਅਸਲ ਦੇ ਵਿੱਚ ਉਹਨਾਂ ਨੂੰ ਕੋਈ ਕਸ਼ਟ ਉਹ ਲੱਗਾ ਹੀ ਨਹੀਂ। ਕਿਉਂ ਨਹੀਂ ਲੱਗਾ? ਕਿਉਂਕਿ ਜੋ ਕਿਛ ਕਰੈ ਸੋਈ ਸੁਖ ਮਾਨੈ। ਉਹਨਾਂ ਵਾਸਤੇ ਰੱਬ ਜੋ ਕਰਦਾ ਹੈ, ਚਾਹੇ ਉਹਨਾਂ ਦੇ ਜੀਵਨ ਦੇ ਵਿੱਚ ਖੁਸ਼ੀ ਦਾ ਸਮਾਂ ਆਇਆ, ਚਾਹੇ ਦੁੱਖਾਂ ਦਾ ਆਇਆ, ਚਾਹੇ ਕਸ਼ਟਾਂ ਦਾ ਆਇਆ, ਉਹਨਾਂ ਨੇ ਉਸ ਸਮੇਂ ਨੂੰ ਵੀ ਇਕੁਅਲ ਸਮਝਿਆ, ਕੋਈ ਫਰਕ ਹੀ ਨਹੀਂ ਸਮਝਿਆ। ਦੁੱਖ ਸੁੱਖ ਦੋਨੋਂ ਸਮ ਕਰ ਜਾਣੇ, ਦੋਨਾਂ ਨੂੰ ਇੱਕ ਬਰਾਬਰ ਜਾਣਿਆ। ਤੇ ਜਿਹੜਾ ਦੋਨਾਂ ਨੂੰ ਇੱਕ ਬਰਾਬਰ ਜਾਣਦਾ ਹੈ, ਉਹ ਇਹਦਾ ਮਤਲਬ ਹੋ ਗਿਆ ਕਿ ਉਹ ਦੁੱਖਾਂ ਨੂੰ ਵੀ ਸੁੱਖਾਂ ਦੀ ਨਜ਼ਰ ਦੇ ਨਾਲ ਦੇਖਦਾ ਪਿਆ, ਉਹ ਦੁੱਖ ਨੂੰ ਵੀ ਸੁੱਖ ਹੀ ਸਮਝਦਾ ਹੈ। ਤਾਂ ਹੀ ਤਾਂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਪਏ ਨੇ, ਕਹਿੰਦੇ ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਭੀ ਤੁਝੈ ਧਿਆਈ। ਜਿਨ੍ਹਾਂ ਨੂੰ ਅੰਦਰ ਦਾ ਸੁੱਖ ਮਿਲ ਗਿਆ, ਜਿਨ੍ਹਾਂ ਦੇ ਘਰ ਸੁੱਖ ਵਸ ਗਿਆ, ਬਾਹਰ ਦੇ ਕਸ਼ਟ, ਬਾਹਰ ਦੇ ਦੁੱਖ ਉਹਨਾਂ ਨੂੰ ਉਸ ਰੱਬ ਦੀ ਦਾਤ ਮਹਿਸੂਸ ਹੁੰਦੇ ਨੇ। ਇੱਕ ਨਾ ਦੁੱਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਉਹ ਦੁੱਖ ਇਹਨਾਂ ਨੂੰ ਮੰਨਦੇ ਹੀ ਨਹੀਂ, ਉਹ ਇਹਨਾਂ ਨੂੰ ਵੀ ਸੁੱਖਾਂ ਦੇ ਬਰਾਬਰ ਹੀ ਸਮਝਦੇ ਨੇ। ਤੇ ਸਾਧ ਸੰਗਤ, ਜੇਕਰ ਇਹ ਸਾਡੀ ਖੁਆਹਿਸ਼ ਹੈ ਕਿ ਜੀਵਨ ਵਿੱਚ ਸੁੱਖ ਆਉਣ, ਜੇਕਰ ਮੈਂ ਚਾਹੁੰਦਾ ਕਿ ਮੇਰਾ ਜੀਵਨ ਸੁਖੀ ਹੋ ਜਾਏ, ਤੇ ਉਹਦੇ ਵਾਸਤੇ ਕਰਨਾ ਕੀ ਪਏਗਾ? ਭਾਈ ਗੁਰਦਾਸ ਜੀ ਵੀ ਕਹਿੰਦੇ ਨੇ, ਕਹਿੰਦੇ ਗੁਰਮੁਖ ਸੁਖ ਫਲ ਗੁਰ ਸ਼ਰਨਾਏ। ਬੜੀ ਪਿਆਰੀ ਐਗਜ਼ਾਮਪਲ ਉਹਨਾਂ ਨੇ ਦਿੱਤੀ। ਪੂਰੀ ਪੌੜੀ ਹੈ, 16ਵੀਂ ਵਾਰ 16 ਵਾਰ ਦੀ, ਮੇਰੇ ਖਿਆਲ 19th ਪੌੜੀ ਹੈ। ਇਹਦੇ ਵਿੱਚ ਵੀ ਭਾਈ ਗੁਰਦਾਸ ਜੀ ਨੇ ਕਿਹਾ, ਕਹਿੰਦੇ ਗੁਰਮੁਖ ਸੁਖ ਫਲ ਗੁਰ ਸ਼ਰਨਾਏ। ਕਹਿੰਦੇ ਜੇਕਰ ਸੁੱਖ ਚਾਹੁੰਦਾ ਹੈ, ਗੁਰੂ ਦੀ ਸ਼ਰਨ 'ਚ ਆ ਜਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਸੁੱਖ ਚਾਹੀਦਾ ਹੈ, ਇਹ ਮੈਥਡ ਹੀ, ਰੱਬ ਦੀ ਸ਼ਰਨ ਵਿੱਚ ਆ ਜਾ, ਜੀਵਨ ਖੁਸ਼ਹਾਲ ਹੋ ਜਾਏਗਾ। ਤੇ ਜੇਕਰ ਸੱਚਮੁੱਚ ਸੁੱਖ ਚਾਹੁੰਦੇ ਆ, ਤੇ ਸਾਧ ਸੰਗਤ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਪਏ ਨੇ। ਸਾਡੀ ਜਿਹੜੀ ਕੋਈ ਪ੍ਰੋਬਲਮ ਹੈ, ਉਹਦਾ ਸੋਲੂਸ਼ਨ ਸਾਨੂੰ ਦੱਸਦੇ ਪਏ ਨੇ ਕਿ ਇਹ ਕੰਮ ਕਰ ਲਾ। ਜਿਸ ਦਿਨ ਸਿੱਖ ਨੇ ਗੁਰੂ ਦੀ ਗੱਲ ਨੂੰ ਮੰਨ ਕੇ ਆਪਣੇ ਅੰਦਰ ਪਰਮਾਤਮਾ ਦਾ ਨਾਮ ਬੀਜ ਲਿਆ, ਆਪਣੇ ਅੰਦਰ ਨੂੰ ਖੋਜਣਾ ਸਟਾਰਟ ਕਰ ਦਿੱਤਾ,
फिर जीवन दे विच दुख कोई नहीं जे रहन वाला। ऐसा सुख आ जाएगा जीवन च ਜਿਹੜਾ ਕਦੇ ਵੀ ਚੇਂਜ ਨਹੀਂ ਹੋਏਗਾ। ਸਤਿਗੁਰੂ ਜੀ ਕਹਿੰਦੇ ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇ। ਇਹ ਜੀਵਨ ਬੜਾ ਕੀਮਤੀ ਹੈ। ਇਸ ਨੂੰ ਆਪਾਂ ਬਾਹਰ ਦੀ ਭਟਕਣਾ ਦੇ ਵਿੱਚ, ਬਾਹਰ ਦੀ ਭਟਕਣਾ ਜੇਕਰ ਹੋ ਸਕਦਾ ਕਈਆਂ ਨੂੰ ਲਫ਼ਜ਼ ਨਾ ਪਤਾ ਲੱਗੇ, ਭਟਕਣਾ ਮੀਨਸ ਕਹਿ ਲਈਏ ਵਾਂਡਰਿੰਗ। ਅਸੀਂ ਬਾਹਰ ਭਟਕਦੇ ਪਏ ਹਾਂ, ਕਦੇ ਇਸ ਪਾਸੇ ਕਦੇ ਇਸ ਪਾਸੇ। ਬਸ ਇਸੇ ਹੀ ਭਟਕਣਾ ਦੇ ਵਿੱਚ ਆਪਣੀ ਲਾਈਫ ਨੂੰ ਵੇਸਟ ਨਾ ਕਰ ਜਾਈਏ। ਸੁੱਖ ਚਾਹੀਦਾ ਹੈ, ਰੱਬ ਦੀ ਸ਼ਰਨ ਦੇ ਵਿੱਚ ਆ ਜਾਈਏ, ਜੀਵਨ ਖੁਸ਼ਹਾਲ ਹੋ ਜਾਏਗਾ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕੀਤਾ ਹੋਇਆ ਪਾਵਨ ਬਚਨ ਸਾਡੀ ਸਮਝ ਵਿੱਚ ਆ ਜਾਏ ਜੀ। ਕਿਤੇ ਗੁਰੂ ਉਪਦੇਸ਼ ਦੇ ਨਾਲ ਜੁੜ ਕੇ ਜੀਵਨ ਸਫਲ ਬਣਾ ਸਕੀਏ। ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।